ਵਾਹਿਗੁਰੂ 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 ਵਾਹਿਗੁਰੂ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਤਾ ਦੇ ਜੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਾਧ ਸੰਗਤ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਮਹਾਨ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸੰਪਰਦਾਇ ਮਹਾਂਪੁਰਸ਼ਾਂ ਨੇ ਇਸ ਦੀ ਉਥਾਨਕਾ ਇਸ ਪ੍ਰਕਾਰ ਵਰਣਨ ਕੀਤੀ ਹੈ ਕਿ ਜਿਸ ਵਕਤ ਬਨਾਰਸ ਦੇ ਵਿੱਚ ਹੋਰ ਵੀ ਰਹਿਣ ਵਾਲੇ ਜਿਹੜੇ ਪੰਡਿਤ ਸਨ, ਭਗਤ ਜੀ ਨੂੰ ਆਏ ਹੋਏ ਜਗਿਆਸੂਆਂ ਨੂੰ ਜੀਵਨ ਦਾਨ ਦਿੰਦਿਆਂ ਹੋਇਆਂ ਦੇਖ ਕੇ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਭਾਰੀ ਈਰਖਾ ਪੈਦਾ ਹੋਈ ਵੀ ਇਹ ਇੱਕ ਨੀਵੀਂ ਜਾਤ ਦੇ ਵਿੱਚੋਂ ਉੱਠ ਕੇ ਕਿਸ ਤਰ੍ਹਾਂ ਜੀਵਨ ਦਾਨ ਦਿੰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ। ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ।
ਭਾਈ ਸਾਹਿਬ ਜੀ ਕਹਿੰਦੇ ਭਗਤ ਰਵਿਦਾਸ ਜੀ ਦੀ ਇਸ ਤਰ੍ਹਾਂ ਦੀ ਅਵਸਥਾ ਹੈ ਜਿਸ ਤਰ੍ਹਾਂ ਕਿਸੇ ਨੇ ਮੈਲੇ ਜਿਹੇ ਕੱਪੜੇ ਦੇ ਵਿੱਚ ਕੀਮਤੀ ਹੀਰਾ ਲਪੇਟਿਆ ਹੋਇਆ ਹੋਵੇ। ਬਾਹਰੀ ਤੌਰ 'ਤੇ ਤਾਂ ਬਹੁਤ ਸਧਾਰਨ ਜਿਹੇ ਪ੍ਰਤੀਤ ਹੁੰਦੇ ਹਨ, ਪਰ ਅੰਦਰੋਂ ਜੀਵਨ ਬੜਾ ਮਹਾਨ ਹੈ, ਬੜਾ ਪਵਿੱਤਰ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਫਰਮਾਉਂਦੇ ਹਨ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨ ਇਠ ਧਨ ਰੂਪਹੀਨ ਕਿਛ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਤਿਸਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਹੈ, ਭਾਵੇਂ ਟੁੱਟੀ ਹੋਈ ਝੌਂਪੜੀ ਦੇ ਵਿੱਚ ਰਹਿੰਦਾ ਹੋਇਆ ਹੋਵੇ, ਭਾਵੇਂ ਪਾਟੇ ਹੋਏ ਕੱਪੜੇ ਪਹਿਨੇ ਹੋਏ ਹੋਣ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਵੀ ਉਹ ਸਾਡੀ ਦ੍ਰਿਸ਼ਟੀ ਦੇ ਵਿੱਚ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਐਸੇ ਮਹਾਂਪੁਰਸ਼ ਦੀ ਚਰਨ ਧੂੜ ਜੇਕਰ ਪ੍ਰਾਪਤ ਹੋ ਜਾਵੇ, ਕਹਿੰਦੇ ਸਧਾਰਨ ਜਗਿਆਸੂਆਂ ਦੇ ਮਨ ਦਾ ਵੀ, ਉਹਨਾਂ ਦੇ ਮਨ ਨੂੰ ਵੀ ਧੀਰਜ ਆ ਜਾਂਦੀ ਹੈ, ਉਹਨਾਂ ਨੂੰ ਵੀ ਸ਼ਾਂਤੀ ਆ ਜਾਂਦੀ ਹੈ। ਸੰਪਰਦਾਇ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਹੈ ਵੀ ਇਸ ਈਰਖਾ ਦੀ ਨਿਵਰਤੀ ਕਰਨ ਵਾਸਤੇ ਸਮੇਂ ਦੇ ਹਾਕਮ ਨੇ ਦੋਨਾਂ ਨੂੰ ਬੁਲਾਇਆ ਗੰਗਾ ਦੇ ਕਿਨਾਰੇ 'ਤੇ, ਔਰ ਦੂਸਰੇ ਪਾਸੇ ਜਿਹੜੀਆਂ ਮੂਰਤੀਆਂ ਸਨ ਉਹ ਰੱਖਣਾ ਕੀਤੀਆਂ। ਭਾਵੇਂ ਕਿ ਭਗਤ ਰਵਿਦਾਸ ਜੀ ਨਿਰਗੁਣ ਦੇ ਉਪਾਸ਼ਕ ਹਨ, ਪਰ ਇੱਕ ਈਰਖਾ ਦੀ ਨਿਵਰਤੀ ਵਾਸਤੇ ਇਸ ਤਰ੍ਹਾਂ ਕੀਤਾ ਗਿਆ। ਕਿਸੇ ਮੂਰਤੀ ਦੇ ਉਪਾਸ਼ਕ ਨਹੀਂ ਹਨ ਭਗਤ ਰਵਿਦਾਸ ਜੀ, ਨਿਰਗੁਣ ਦੇ ਉਪਾਸ਼ਕ ਹਨ। ਉਸ ਵਕਤ ਭਗਤ ਜੀ ਨੇ ਇਹ ਪ੍ਰੇਮ ਭਰੇ, ਵੈਰਾਗ ਭਰੇ, ਬਿਰਹਾ ਭਰੇ ਜਿਹੜੇ ਬਚਨ ਹਨ, ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਪੂਰਵਕ ਉਚਾਰਨ ਕੀਤੇ। ਉਹਨੇ ਆਖਿਆ ਵੀ ਅਸੀਂ ਦੇਖਾਂਗੇ, ਉਸੇ ਨੂੰ ਹੀ ਮਹਾਨ ਮੰਨਾਂਗੇ ਜਿਨ੍ਹਾਂ ਦੇ ਕੋਲ ਭਗਵਾਨ ਦੀ ਜਿਹੜੀ ਮੂਰਤ ਹੈ ਆਪ ਚੱਲ ਕੇ ਆ ਜਾਵੇਗੀ। ਜਿਹੜੇ ਪੰਡਤ ਸਨ ਉਹ 2 ਘੰਟੇ ਆਵਾਜ਼ਾਂ ਮਾਰਦੇ ਰਹੇ, ਉਹਨਾਂ ਦੇ ਪਾਸ ਭਗਵਾਨ ਦੀ ਮੂਰਤ ਨਹੀਂ ਆਈ। ਰਵਿਦਾਸ ਜੀ ਦੇ ਕੋਲ ਜੋ ਭਗਵਾਨ ਦੀ ਮੂਰਤ ਸੀ ਉਹ ਆ ਗਈ। ਇਸ ਤਰ੍ਹਾਂ ਸੰਪਰਦਾਇ ਮਹਾਂਪੁਰਸ਼ਾਂ ਨੇ ਉਥਾਨਕਾ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਮਿਲਦੀ ਜੁਲਦੀ ਇੱਕ ਘਟਨਾ ਹੈ। ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਸੰਪਰਦਾ, ਉਦਾਸੀ ਸੰਪਰਦਾ ਦੇ ਵਿੱਚੋਂ ਬਹੁਤ ਸਾਰੇ ਐਸੇ ਮਹਾਨ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਦੀ ਕਰਨੀ ਕਮਾਈ ਕਰਕੇ ਬਹੁਤ ਸਾਰੇ ਸੰਸਾਰ ਦੇ ਲੋਕ ਪ੍ਰਭਾਵਿਤ ਹੋਏ। ਜਿਸ ਤਰ੍ਹਾਂ ਧੰਨ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿਸ ਵਕਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਗੁਰਬਖਸ਼ ਨਾਮ ਦੇ ਉਦਾਸੀ ਨੂੰ ਸਤਿਗੁਰੂ ਜੀ ਨੇ ਸ਼ੀਸ਼ਗੰਜ ਸਾਹਿਬ ਜੀ ਦੀ ਸੇਵਾ ਸੌਂਪੀ। ਭੰਗਾਣੀ ਦਾ ਯੁੱਧ ਲੜਦੇ ਹਨ, ਉਹਦੇ ਵਿੱਚ ਵੀ ਕਿਰਪਾਲ ਦਾਸ ਉਦਾਸੀ ਨੇ ਕੁੱਤਕੇ ਦੇ ਨਾਲ ਹੀ ਹਯਾਤ ਖਾਂ ਦਾ ਜਿਹੜਾ ਸਿਰ ਸੀ ਉਹ ਫੇਹਾ। ਉਹਨੇ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ ਕੀਤਾ।
ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹਨਾਂ ਨੂੰ ਪਤਾ ਹੈ ਵੀ ਅੱਜ ਵੀ ਉੱਥੇ ਇੱਕ ਵੱਡੀ ਸਾਰੀ ਸਿਲ ਪਈ ਹੋਈ ਹੈ, ਪੱਥਰ ਪਿਆ ਹੋਇਆ ਹੈ। ਉਹਨਾਂ ਨੇ ਐਸਾ ਤਪ ਕੀਤਾ, ਐਸੀ ਭਗਤੀ ਕੀਤੀ, ਉਸ ਪੱਥਰ ਦੇ ਉੱਪਰ ਅੱਜ ਵੀ ਉਹਨਾਂ ਦੇ ਬੈਠਣ ਦੇ ਨਿਸ਼ਾਨ ਬਣੇ ਹੋਏ ਹਨ। ਇਸ ਤਰ੍ਹਾਂ ਉਦਾਸੀ ਸੰਪਰਦਾ ਦੇ ਵਿੱਚੋਂ ਦੋ ਮਹਾਂਪੁਰਸ਼ ਹੋਏ ਹਨ, ਇੱਕ ਪ੍ਰੀਤਮ ਦਾਸ ਜੀ, ਇੱਕ ਸੰਤੋਖ ਦਾਸ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੇ ਵਾਸਤੇ ਬੜੀ ਦੂਰ ਤੋਂ ਜਿਹੜੀ ਹੰਸਲੀ ਸੀ ਉਹ ਲਿਆਉਣਾ ਕੀਤੀ। ਜਿਸ ਵਕਤ ਉਹ ਗੰਗਾ ਦੇ ਉੱਪਰ ਗਏ, ਜਿਹੜੇ ਸੰਨਿਆਸੀ ਸਨ ਉਹ ਈਰਖਾ ਕਰਨ ਲੱਗੇ ਵੀ ਇਹ ਜਿਹੜਾ ਤੁਸੀਂ ਸੰਗਲ ਧਾਰਨ ਕੀਤਾ ਹੈ, ਜਿਹੜੀ ਤੁਸੀਂ ਵਿਭੂਤੀ ਧਾਰਨ ਕੀਤੀ ਹੈ, ਇਹਦੇ ਹੱਕਦਾਰ ਅਸੀਂ ਹਾਂ। ਉਸ ਵਕਤ ਵੀ ਜਦ ਝਗੜਾ ਬਹੁਤ ਵੱਧ ਗਿਆ, ਜਦ ਉਹਨਾਂ ਨੇ ਵਿਚਾਰ ਕੀਤੀ ਵੀ ਪਹਿਲਾਂ ਵਿਚਾਰ ਚਰਚਾ ਕੀਤੀ ਜਾਵੇ, ਫਿਰ ਆਖਣ ਲੱਗੇ ਨਹੀਂ, ਪ੍ਰੈਕਟੀਕਲ ਤਜਰਬਾ ਵਿਖਾਇਆ ਜਾਵੇ। ਦੋ ਸੰਨਿਆਸੀ ਅੱਗੋਂ ਲਿਆਂਦੇ ਗਏ, ਦੋ ਹੀ ਇਹ ਮਹਾਤਮਾ ਸਨ। ਪ੍ਰੀਤਮ ਦਾਸ ਜੀ ਨੇ ਵੀ ਆਪਣਾ ਸੰਗਲ ਉਤਾਰ ਕੇ ਗੰਗਾ ਦੇ ਵਿੱਚ ਰੱਖ ਦਿੱਤਾ, ਸੰਨਿਆਸੀ ਨੇ ਵੀ ਰੱਖ ਦਿੱਤਾ। ਕਹਿਣ ਲੱਗੇ ਜਿਹੜਾ ਹੱਕਦਾਰ ਹੋਵੇਗਾ ਉਹਦੇ ਕੋਲ ਸੰਗਲ ਆਪਣੇ ਆਪ ਹੀ ਆ ਜਾਵੇਗਾ। ਸੰਨਿਆਸੀ ਦੇ ਕੋਲ ਸੰਗਲ ਨਹੀਂ ਆਇਆ, ਸੱਪ ਦੀ ਤਰ੍ਹਾਂ ਵਾਲ ਖਾਂਦਾ ਹੋਇਆ ਸੰਗਲ ਜਿਹੜਾ ਸੀ ਪ੍ਰੀਤਮ ਦਾਸ ਜੀ ਉਦਾਸੀ ਦੇ ਲੱਕ ਦੇ ਨਾਲ ਆ ਕੇ ਚੰਬੜ ਗਿਆ। ਫਿਰ ਆਖਣ ਲੱਗੇ ਵਿਭੂਤੀ ਨੂੰ ਮਲ ਮਲ ਕੇ ਧੋਤਾ ਜਾਵੇ। ਸੰਤੋਖ ਦਾਸ ਜੀ ਦੀ ਵਿਭੂਤੀ ਵੀ ਧੋਤੀ ਗਈ, ਇੱਕ ਸੰਨਿਆਸੀ ਦੀ ਵੀ ਧੋਤੀ ਗਈ। ਸੰਨਿਆਸੀ ਦੀ ਵਿਭੂਤੀ ਲੈ ਗਈ, ਸੰਤੋਖ ਦਾਸ ਜੀ ਦੀ ਵਿਭੂਤੀ ਜਿਹੜੀ ਸੀ ਉਸੇ ਤਰ੍ਹਾਂ ਹੀ ਚਮਕਾ ਮਾਰ ਰਹੀ ਸੀ। ਫੈਸਲਾ ਹੋਇਆ ਗੰਗਾ ਸਾਰਿਆਂ ਦੀ ਸਾਂਝੀ ਹੈ, ਜਿਹੜਾ ਪਹਿਲਾਂ ਆਵੇ ਉਹੀ ਇਸ਼ਨਾਨ ਕਰ ਸਕਦਾ ਹੈ। ਸਤਿਪੁਰਸ਼ ਸਾਰਿਆਂ ਦੇ ਸਾਂਝੇ ਹੁੰਦੇ ਹਨ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਅਸਥਾਨ ਹੀ ਐਸਾ ਬਣਾਇਆ ਹੈ, ਦਰਵਾਜ਼ੇ 4 ਲਾਏ ਹਨ। ਕੋਈ ਵੀ ਕਿਸੇ ਪਾਸਿਓਂ ਵੀ ਆਵੇ, ਕਿਸੇ ਧਰਮ ਵਾਲਾ ਵੀ ਆਵੇ, ਉਹਨੂੰ ਇੱਥੋਂ ਇੱਕੋ ਹੀ ਪੰਗਤ ਦੇ ਵਿੱਚ ਬੈਠਣਾ ਨਸੀਬ ਹੋਵੇਗਾ, ਇੱਕੋ ਹੀ ਸੰਗਤ ਦੇ ਵਿੱਚ ਬੈਠਣਾ ਨਸੀਬ ਹੋਵੇਗਾ। ਕੋਈ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਉ। ਇਸ ਤਰ੍ਹਾਂ ਭਗਤ ਰਵਿਦਾਸ ਜੀ ਜਿਵੇਂ ਜਿਵੇਂ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਨ, ਕਿਉਂਕਿ ਆਪਣੇ ਜਪ ਨਾਲ, ਆਪਣੇ ਤਪ ਨਾਲ, ਆਪਣੀ ਸਾਧਨਾ ਦੇ ਨਾਲ ਜਦ ਕੋਈ ਅਗੰਮੀ ਖੇਡ ਨਾ ਵਰਤੇ, ਫਿਰ ਜਿਹੜੇ ਅਭਿਆਸੀ ਲੋਕ ਹੁੰਦੇ ਹਨ ਇਸ ਤਰੀਕੇ ਦੇ ਨਾਲ ਲਚਾਰਗੀ ਭਰੇ ਬੋਲਾਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਨ। ਜਿਵੇਂ ਜਿਵੇਂ ਭਗਤ ਰਵਿਦਾਸ ਜੀ ਫਰਮਾ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਰਾਗ ਦੇ ਵਿੱਚ ਮਹਾਨ ਸ਼੍ਰੋਮਣੀ ਭਗਤ ਰਵਿਦਾਸ ਜੀ ਫਰਮਾ ਰਹੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੈ। ਹਮ ਸਰ ਦੀਨ ਦਇਆਲ ਨਾ ਤੁਮ ਸਰ,
ਅਬ ਪਤਿਆਰ ਕਿਆ ਕੀਜੈ। ਭਗਤ ਰਵਿਦਾਸ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਹੇ ਵਾਹਿਗੁਰੂ ਜੀ, ਸਾਡੇ ਵਰਗਾ ਕੋਈ ਦੀਨ ਨਹੀਂ ਹੈ, ਆਜਿਜ਼ ਨਹੀਂ ਹੈ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ। ਅਸੀਂ ਤੁਹਾਡੇ ਚਰਨਾਂ ਦੇ ਵਿੱਚ ਆਪਣੀ ਲਾਚਾਰਗੀ ਜ਼ਾਹਰ ਕਰਦੇ ਹਾਂ। ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਕਿਉਂਕਿ ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਅਬ ਪਤਿਆਰ ਕਿਆ ਕੀਜੈ। ਹੁਣ ਕਹਿੰਦੇ ਹੋਰ ਪਰਤਾਵਾ ਲੈਣ ਦੀ ਜ਼ਰੂਰਤ ਨਹੀਂ। ਕੀ ਕੀਤਾ ਜਾਵੇ ਪਰਤਾਵਾ ਸਾਡੇ ਵਰਗਿਆਂ ਦਾ। ਅਸੀਂ ਪਰਤਾਵੇ ਦੇ ਵਿੱਚ ਕਦੇ ਵੀ ਖਰੇ ਨਹੀਂ ਉਤਰ ਸਕਦੇ ਹਾਂ। ਲੇਖੇ ਜੋਖੇ ਦੇ ਨਾਲ ਗੱਲ ਨਹੀਂ ਬਣ ਸਕਦੀ ਹੈ। ਸਾਡੇ ਹਮੇਸ਼ਾ ਔਗਣ ਹੀ ਵਧਣਗੇ, ਗੁਣ ਘਟਣਗੇ। ਲੇਖੈ ਕਤੈ ਨ ਛੂਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਤਰ੍ਹਾਂ ਫਰਮਾਉਂਦੇ ਹਨ, ਕਹਿੰਦੇ ਅਸੀਂ ਅੰਧੇ ਹਾਂ, ਅਸੀਂ ਗੂੰਗੇ ਹਾਂ, ਅਸੀਂ ਪਿੰਗਲੇ ਹਾਂ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਕਹਾਂ ਬਿਸਨ ਪਦ ਗਾਵੈ ਗੋਂਗ, ਜਤਨ ਕਰੈ ਤਉ ਭੀ ਸੁਰ ਭੰਗ। ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਕਰਤਾਰ ਕਰੁਣਾਮੈ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਧਰੈ। ਹੇ ਵਾਹਿਗੁਰੂ ਜੀ, ਤੁਸੀਂ ਆਪ ਰਹਿਮਤ ਕਰੋ, ਆਪ ਕਿਰਪਾ ਕਰੋ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਇਸ ਤਰ੍ਹਾਂ ਬੇਨਤੀ ਪੂਰਵਕ ਬਚਨ ਹਨ। ਉਹਨਾਂ ਨੇ ਸਵਈਏ ਦੇ ਵਿੱਚ ਜ਼ਿਕਰ ਕੀਤਾ ਹੈ, ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਮੋਸੋ ਨ ਦੀਨ ਦਇਆਲ ਨ ਤੋਸਰ, ਮੋਸੋ ਅਗਿਆਨ ਨ ਤੋਸੋ ਵਿਚਾਰੀ। ਮੋਸੋ ਨ ਪਤਤ ਨ ਪਾਵਨ ਤੋਸਰ, ਮੋਸੋ ਵਿਕਾਰੀ ਨ ਤੋਸੋ ਉਪਕਾਰੀ। ਮੇਰੇ ਹੈ ਔਗਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਭਗਤ ਰਵਿਦਾਸ ਜੀ ਇਸ ਤਰ੍ਹਾਂ ਬੇਨਤੀ ਪੂਰਵਕ ਬੇਨਤੀ ਕਰਦੇ ਹਨ ਅਤੇ ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾਲਦੇ ਹਨ ਵੀ ਆਪਣੇ ਗੁਣਾਂ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਆਪਣੇ ਜਪ ਤਪ ਦੇ ਨਾਲ, ਆਪਣੀ ਭਗਤੀ ਦੇ ਨਾਲ, ਆਪਣੀ ਸਾਧਨਾ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਦੇ ਪਾਤਰ ਨਹੀਂ ਬਣਿਆ ਜਾ ਸਕਦਾ ਹੈ। ਉਹਦੇ ਅੱਗੇ ਇਸ ਤਰ੍ਹਾਂ ਢਹਿ ਕੇ ਬੇਨਤੀ ਕਰਨੀ ਚਾਹੀਦੀ ਹੈ, ਕਿਉਂਕਿ ਮਨੁੱਖ ਚੰਗਾ ਭਲਾ ਸਿੱਧੇ ਪਾਸੇ ਜਾਂਦਾ ਜਾਂਦਾ ਫਿਰ ਪੁੱਠੇ ਪਾਸੇ ਤੁਰ ਪੈਂਦਾ ਹੈ। ਸੰਤੋਖੀ ਹੁੰਦਾ ਹੁੰਦਾ ਫਿਰ ਲੋਭੀ ਹੋ ਜਾਂਦਾ ਹੈ। ਗਿਆਨਵਾਨ ਹੁੰਦਾ ਹੁੰਦਾ ਫਿਰ ਅਗਿਆਨੀ ਹੋ ਜਾਂਦਾ ਹੈ। ਇਸ ਕਰਕੇ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਫਿਰ ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ। ਭਗਤਾਂ ਨੇ ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾਇਆ ਹੈ ਵੀ ਜਦ ਕੋਈ ਵੀ ਸਾਧਨ ਸਾਰਥਕ ਨਾ ਹੋਵੇ ਫਿਰ ਉਹਦੇ ਅੱਗੇ ਬੇਨਤੀ ਕਰੀਏ ਨਾ। ਇਸ ਤਰ੍ਹਾਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਨਿਕਲੀ ਹੋਈ ਅਰਦਾਸ ਉਹ ਫਿਰ ਵਾਹਿਗੁਰੂ ਪਰਮੇਸ਼ਰ ਆਪਣੀ ਗੱਲ ਵਕੜੀ ਦੇ ਵਿੱਚ ਲੈ ਲੈਂਦਾ ਹੈ। ਗੁਸਾਈ ਮਿਹੰਡਾ ਇਠੜਾ, ਅਮ ਅੱਬੇ ਥਾਵੋਂ ਮਿੱਠੜਾ। ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਏ ਜੀਵਾ।
ਕਹਿੰਦੇ ਹੇ ਵਾਹਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ। ਹੁਣ ਸਾਡਾ ਪਰਤਾਵਾ ਲੈਣ ਦੀ ਜ਼ਰੂਰਤ ਨਹੀਂ, ਅਸੀਂ ਟੈਸਟ ਦੇਣ ਜੋਗੇ ਨਹੀਂ ਹਾਂ, ਅਸੀਂ ਕਸਵੱਟੀ ਝੱਲਣ ਜੋਗੇ ਨਹੀਂ ਹਾਂ। ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਆਪਣੀ ਰਹਿਮਤ ਵਰਤਾਓ ਜੀ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਤੁਹਾਡੇ ਬਚਨਾਂ ਦੇ ਵਿੱਚ ਮੇਰਾ ਜਿਹੜਾ ਮਨ ਹੈ ਉਹ ਪਤੀਜ ਜਾਵੇ, ਮੇਰਾ ਮਨ ਜੋ ਹੈ ਉਹ ਪਰਚ ਜਾਵੇ। ਐਸਾ ਮੈਨੂੰ ਸਿਦਕ ਦੇਣਾ ਕਰੋ, ਐਸੀ ਬਖਸ਼ਿਸ਼ ਕਰਨਾ ਕਰੋ। ਤੁਹਾਡੇ ਬਚਨਾਂ ਨੂੰ ਛੱਡ ਕੇ ਹੋਰ ਖਿਆਲਾਂ ਦੇ ਵਿੱਚ ਮਨ ਜਿਹੜਾ ਹੈ ਉਹ ਭਟਕੇ ਨਾ। ਤੁਹਾਡੇ ਬਚਨਾਂ ਦੇ ਵਿੱਚ ਹੀ ਜੋ ਮਨ ਹੈ ਉਹ ਪਤੀਜ ਜਾਵੇ, ਪਰਚ ਜਾਵੇ ਜੀ। ਹਉ ਬਲ ਬਲ ਜਾਉ ਰਮਈਆ ਕਾਰਨੇ। ਕਹਿੰਦੇ ਮੈਂ ਉਸ ਰਮਈਏ ਸੋਹਣੇ RAM ਰਮੇ ਹੋਏ ਵਾਹਿਗੁਰੂ ਪਰਮੇਸ਼ਰ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਕਾਰਨ ਕਵਨ ਅਬੋਲ। ਕਿਹੜੇ ਕਾਰਨ ਕਰਕੇ? ਕਹਿੰਦੇ ਹੇ ਵਾਹਿਗੁਰੂ ਜੀ ਤੁਸੀਂ ਅਬੋਲ ਹੋ, ਮੇਰੇ ਨਾਲ ਬੋਲਦੇ ਨਹੀਂ ਹੋ, ਮੇਰੇ ਨਾਲ ਗੱਲ ਨਹੀਂ ਕਰਦੇ ਹੋ। ਕਿਰਪਾ ਕਰੋ, ਦਰਸ਼ਨ ਦਿਓ, ਮੇਰੇ ਨਾਲ ਗੱਲਾਂ ਕਰੋ। ਕਿਉਂਕਿ ਜੋ ਵਾਹਿਗੁਰੂ ਦੇ ਪਿਆਰੇ ਹੁੰਦੇ ਹਨ ਉਹ ਵਾਹਿਗੁਰੂ ਦੇ ਨਾਲ ਗੱਲਾਂ ਕਰਦੇ ਹਨ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਪਰਮੇਸ਼ਰ ਆਖਦੇ ਹਨ ਤੂੰ ਕੌਣ ਰੇ? ਅੱਗੋਂ ਕਹਿੰਦੇ ਮੈਂ ਜੀ ਨਾਮਾ। ਕਹਿੰਦੇ ਕਿਉਂ ਆਏ ਹੋ? ਕਹਿੰਦੇ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਇਸ ਤਰ੍ਹਾਂ ਕਹਿੰਦੇ ਭਗਤ ਰਵਿਦਾਸ ਜੀ ਬੜੀ ਬਿਰਹਾ ਭਰੀ ਅਵਸਥਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਬਿਰਹੋਂ ਭੁਯੰਗਮ ਮਨ ਬਸੈ, ਮੰਤ ਨ ਮਾਨੈ ਕੋਏ। ਕਹਿੰਦੇ ਜਿਹੜਾ ਦੂਸਰਾ ਕੋਈ ਨਾਗ ਹੋਵੇ ਨਾ, ਕੋਈ ਸੱਪ ਹੋਵੇ, ਉਹਦਾ ਕੋਈ ਮੰਤਰ ਹੈ, ਉਹਨੂੰ ਮੰਤਰ ਕਰਨ ਵਾਲਾ ਕੋਈ ਹੈਗਾ ਹੈ, ਵਸ ਵਿੱਚ ਕਰ ਲੈਂਦਾ ਹੈ। ਪਰ ਕਹਿੰਦੇ ਬਿਰਹੋ ਰੂਪੀ ਜਿਹੜਾ ਭਿਅੰਗਮ ਹੈ ਨਾ, ਸੱਪ ਹੈ, ਉਹ ਮਨ ਦੇ ਵਿੱਚ ਵਸ ਰਿਹਾ ਹੈ, ਇਹਦਾ ਕੋਈ ਮੰਤਰ ਨਹੀਂ ਹੈ। ਸੰਸਾਰ ਦੇ ਸੁੱਖ ਇਹਦਾ ਮੰਤਰ ਨਹੀਂ ਹੈ। ਜਿੰਨੇ ਮਰਜ਼ੀ ਸੰਸਾਰ ਦੇ ਸੁੱਖ ਮਿਲ ਜਾਣ, ਜਿਸ ਤਰ੍ਹਾਂ ਬੱਚੇ ਵਾਸਤੇ ਉਹਨੂੰ ਮਾਂ ਦਾ ਦੁੱਧ ਹੀ ਭਾਉਂਦਾ ਹੈ, ਜਦ ਉਹਨੂੰ ਭੁੱਖ ਲੱਗਦੀ ਹੈ ਫਿਰ ਭਾਵੇਂ ਉਹਦੇ ਲਾਗੇ ਜਿੰਨੇ ਮਰਜ਼ੀ ਖਿਡੌਣੇ ਰੱਖ ਦਿਓ, ਚੁੱਕ ਚੁੱਕ ਕੇ ਪਰਾਂ ਮਾਰੇਗਾ। ਇਸੇ ਤਰ੍ਹਾਂ ਹੀ ਜਿਹੜੇ ਵਾਹਿਗੁਰੂ ਦੇ ਪਿਆਰੇ, ਵਾਹਿਗੁਰੂ ਦੇ ਨਾਲ ਪ੍ਰੀਤ ਕਰਨ ਵਾਲੇ ਹਨ, ਭਾਵੇਂ ਉਹਨਾਂ ਨੂੰ ਜਿੰਨੇ ਮਰਜ਼ੀ ਸੰਸਾਰ ਦੇ ਸੁੱਖ ਮਿਲ ਜਾਣ, ਉਹਨਾਂ ਨੂੰ ਚੰਗੇ ਨਹੀਂ ਲੱਗਦੇ ਹਨ। ਕਹਿੰਦੇ ਕਬੀਰ ਬਿਰਹੋਂ ਭੁਯੰਗਮ ਮਨ ਬਸੈ, ਮੰਤ ਨ ਮਾਨੈ ਕੋਏ। RAM ਵਿਯੋਗੀ ਨਾ ਜੀਐ, ਜੀਐ ਤਾਂ ਬਉਰਾ ਹੋਏ। ਇਸ ਤਰ੍ਹਾਂ ਬਿਰਹੋ ਦੀ ਗੱਲ ਕਰਦੇ ਹਨ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ। ਕਹਿੰਦੇ ਪੀੜਾ ਤਾਂ ਬੜੀਆਂ ਹਨ ਸੰਸਾਰ ਦੇ ਵਿੱਚ, ਦੁੱਖ ਤਾਂ ਬੜੇ ਹਨ, ਪਰ ਜਿਹੜੀ ਪੀੜਾ ਦੇ ਵਿੱਚ ਦੀ ਇੱਕ ਸੰਤ ਲੰਘਦਾ ਹੈ, ਇੱਕ ਭਗਤ ਲੰਘਦਾ ਹੈ, ਉਸ ਪੀੜਾ ਦੇ ਬਰਾਬਰ ਸੰਸਾਰ ਦੀਆਂ ਪੀੜਾਂ ਕੁਝ ਵੀ ਨਹੀਂ ਹਨ, ਤੁੱਛ ਮਾਤਰ ਹਨ। ਆਗਨ ਜਰਤ ਜਲ ਬੂੜਤ ਸਰਪ ਗ੍ਰਸੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਅੱਗ ਦੇ ਵਿੱਚ ਸੜਨਾ, ਪਾਣੀ ਦੇ ਵਿੱਚ ਡੁੱਬਣਾ, ਗੋਤੇ ਆ ਕੇ ਮਰਨਾ ਬੜੀ ਪੀੜਾ ਹੁੰਦੀ ਹੈ। ਸਭ ਦਾ ਡੰਗ ਮਾਰਨਾ, ਬੜਾ ਬੰਦਾ ਤੜਫ ਤੜਫ ਕੇ ਆਪਣੇ ਪ੍ਰਾਣ ਦਿੰਦਾ ਹੈ। ਸ਼ਸਤਰਾਂ ਦੇ ਨਾਲ ਕੱਟੇ ਜਾਣਾ, ਵੱਢੇ ਜਾਣਾ ਬੜੀ ਪੀੜਾ ਹੁੰਦੀ ਹੈ। ਬਹੁਤ ਸਾਰੀਆਂ ਪੀੜਾ ਦਾ ਜ਼ਿਕਰ ਕੀਤਾ ਹੈ।
ਅਗਨ ਜਰਤ ਜਲ ਬੂੜਤ ਸਰਪ ਗ੍ਰਸੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗਰੀਖਮ ਸੀਤ ਬਰਖ ਮਾਹੇ ਨਿਸਪਰਾਤ ਹੈ। ਬਹੁਤ ਸਾਰੀ ਪੀੜਾ ਦੇ ਵਿੱਚ ਦੀ ਕਿਸੇ ਨੂੰ ਲੰਘਣਾ ਪਵੇ, ਬਹੁਤ ਸਾਰੀ ਅਪਦਾ ਕੋਈ ਵਿਪਤਾ ਜੀਵਨ ਦੇ ਵਿੱਚ ਪੈ ਜਾਵੇ। ਕਹਿੰਦੇ ਫਿਰ ਗਰਮੀ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਕੋਈ ਸਾਧਨ ਨਾ ਹੋਵੇ, ਤੇ ਸਰਦੀ ਤੋਂ ਬਚਣ ਵਾਸਤੇ ਸਰਦੀ ਵਿੱਚ ਕੋਈ ਸਾਧਨ ਨਾ ਹੋਵੇ, ਕੋਈ ਕੱਪੜਾ ਨਾ ਹੋਵੇ, ਨਾ ਦਿਨੇ ਨਾ ਰਾਤ। ਗੋ ਦਿਜ ਬਧੂ ਵਿਸ਼ਵਾਸ ਬੰਸ ਕੋਟ ਹਤਿਆ। ਗਊ ਦਾ ਮਾਰਨਾ, ਨਾਮ ਜਪਣ ਵਾਲੇ ਦਾ, ਪੰਡਤ ਦਾ ਮਾਰਨਾ, ਇਸਤਰੀ ਦਾ ਮਾਰਨਾ, ਕੁਲ ਦਾ ਘਾਤ ਹੋਣਾ। ਤ੍ਰਿਸ਼ਨਾ ਅਨੇਕ ਦੁਖ ਦੋਖ ਬਸ ਗਾਤ ਹੈ। ਤ੍ਰਿਸ਼ਨਾ ਦੇ ਅਧੀਨ ਰਹਿਣਾ, ਕਿਉਂਕਿ ਜੋ ਆਪਾਂ ਤ੍ਰਿਸ਼ਨਾ ਅਧੀਨ ਜੀਵ ਹੁੰਨੇ ਹਾਂ, ਫਿਰ ਬੰਦੇ ਨੂੰ ਨੀਂਦ ਨਹੀਂ ਆਉਂਦੀ ਹੈ। ਬੰਦਾ ਕਹਿੰਦਾ ਮੈਨੂੰ ਆਓ ਮਿਲ ਜਾਵੇ, ਆਓ ਮਿਲ ਜਾਵੇ। ਇਸ ਤਰ੍ਹਾਂ ਚਿਤਵਦਿਆਂ ਹੀ ਸਾਰੀ ਰਾਤ ਲੰਘ ਜਾਂਦੀ ਹੈ। ਬੜੀ ਪੀੜਾ ਦੇ ਵਿੱਚ ਦੀ ਲੰਘਣਾ ਪੈਂਦਾ ਹੈ ਤ੍ਰਿਸ਼ਨਾਲੂ ਨੂੰ ਵੀ। ਤ੍ਰਿਸ਼ਨਾ ਅਨੇਕ ਦੁਖ ਦੋਖ ਬਸ ਗਾਤ ਹੈ। ਕਹਿੰਦੇ ਅਨਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ, ਪੀਆ ਕੇ ਵਿਸ਼ੋਹ ਪਲ ਏਕ ਨਾ ਪੁਜਾਤ ਹੈ। ਪਰ ਕਹਿੰਦੇ ਉਹ ਪ੍ਰਭੂ ਪਤੀ ਤੋਂ ਬਗੈਰ, ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਦੇ ਵਿੱਚ, ਉਹਦੇ ਵਿਛੋੜੇ ਦੇ ਵਿੱਚ ਜਿਹੜਾ ਦੁੱਖ ਇੱਕ ਭਗਤ ਮਹਿਸੂਸ ਕਰਦਾ ਹੈ, ਸੰਤ ਮਹਿਸੂਸ ਕਰਦਾ ਹੈ, ਸੰਸਾਰ ਦੀਆਂ ਪੀੜਾ ਉਹਦੇ ਸਾਹਮਣੇ ਕੁਝ ਵੀ ਨਹੀਂ ਹਨ, ਤੁੱਛ ਮਾਤਰ ਹਨ। ਸੰਸਾਰ ਦੇ ਦੁੱਖਾਂ ਨੂੰ ਇਕੱਠਾ ਕਰ ਲਿਆ ਜਾਵੇ, ਉਹਨਾਂ ਸਾਰਿਆਂ ਦਾ ਜੋੜ ਲਾ ਲਿਆ ਜਾਵੇ। ਕਹਿੰਦੇ ਪ੍ਰਿਆ ਕੇ ਵਿਸ਼ੋਹ ਪਲ ਏਕ ਨਾ ਪੁਜਾਤ ਹੈ। ਇੱਕ ਪਲ ਮਾਤਰ ਵੀ ਕਹਿੰਦੇ ਉਹਦੀ ਬਰਾਬਰੀ ਨਹੀਂ ਕਰ ਸਕਦਾ ਹੈ। ਇਸ ਕਰਕੇ ਭਗਤ ਜੀ ਬਿਰਹਾ ਦੀ ਗੱਲ ਕਰਦੇ ਹਨ। ਹੇ ਵਾਹਿਗੁਰੂ ਜੀ, ਬਿਰਹਾ ਭਰਪੂਰ ਬੇਨਤੀ ਕਰਦੇ ਹਨ ਕਿ ਵੀ ਤੁਸੀਂ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦੇ ਹੋ। ਇੰਨਾ ਲੰਮਾ ਸਮਾਂ ਹੋ ਗਿਆ, ਦੇਖ ਫਰੀਦਾ ਜੋਥੀਆ, ਦਾੜੀ ਹੋਈ ਭੂਰ। ਹੁਣ ਤਾਂ ਦਾੜਾ ਵੀ ਚਿੱਟਾ ਹੋ ਗਿਆ। ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ। ਹੁਣ ਤਾਂ ਅੱਗਾ ਨੇੜੇ ਆ ਗਿਆ, ਅਜੇ ਤੱਕ ਝਲਕ ਮਾਤਰ ਨਹੀਂ ਮਿਲੀ ਹੈ, ਰਸ ਦੀ ਇੱਕ ਬੂੰਦ ਤੱਕ ਨਹੀਂ ਮਿਲੀ ਹੈ। ਕਿਰਪਾ ਕਰੋ, ਰਹਿਮਤ ਕਰੋ। ਇਸ ਤਰ੍ਹਾਂ ਬਿਰਹਾ ਦੇ ਭਰਪੂਰ ਬੇਨਤੀ ਕਰਦੇ ਹਨ ਭਗਤ ਰਵਿਦਾਸ ਜੀ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਰਹਿਮਤ ਕਰੋ। ਹਉ ਬਲ ਬਲ ਜਾਉ ਰਮਈਆ ਕਾਰਨੇ। ਉਸ ਸੋਹਣੇ ਰਮੇ ਹੋਏ ਰਾਮ ਵਾਹਿਗੁਰੂ ਪਰਮੇਸ਼ਰ ਤੋਂ ਮੈਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਕੀ ਸਬੱਬ ਹੈ? ਜਿਵੇਂ ਭਗਤ ਫਰੀਦ ਸਾਹਿਬ ਜੀ ਫਰਮਾਉਂਦੇ ਹਨ, ਕਹਿੰਦੇ ਕਸੂਰ ਰੱਬ ਦਾ ਨਹੀਂ ਹੈ, ਕਸੂਰ ਬੰਦੇ ਦਾ ਹੀ ਹੈ। ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਬਾਬਲ ਹੋਈ ਸੋ ਸੌ ਲੋਰੋਂ। ਤੈਸੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸਹਿ ਨਾਹੀ ਦੋਸ਼। ਕਹਿੰਦੇ ਮੇਰੇ ਵਿੱਚ ਹੀ ਅਵਗਣ ਹਨ, ਮੇਰੇ ਵਿੱਚ ਹੀ ਕਮੀਆਂ ਹਨ, ਮੇਰੇ ਵਿੱਚ ਹੀ ਘਾਟਾਂ ਹਨ, ਜਿਹੜੀ ਅੱਜ ਤੱਕ ਝਲਕ ਤੱਕ ਨਹੀਂ ਮਿਲੀ ਹੈ, ਰਸ ਦੀ ਬੂੰਦ ਤੱਕ ਨਹੀਂ ਮਿਲੀ ਹੈ। ਮੁਝ ਅਵਗਣ ਸਹਿ ਨਾਹੀ ਦੋਸ਼। ਫਿਰ ਕੋਇਲ ਨੂੰ ਪੁੱਛਦੇ ਹਨ ਨਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਤੂੰ ਕਿਉਂ ਕਾਲੀ ਹੋ ਗਈ? ਤੇਰਾ ਇੰਨਾ ਗਾੜਾ ਕਾਲਾ ਰੰਗ ਕਿਵੇਂ ਹੋ ਗਿਆ? ਕਹਿੰਦੇ ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ। ਕਹਿੰਦੇ ਮੈਂ ਆਪਣੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਦੇ ਵਿੱਚ ਕਾਲੀ ਹੋ ਗਈ ਹਾਂ। ਵਿਛੋੜੇ ਦੀ ਕਾਲਖ ਹੈ ਇਹ। ਧੰਨ ਕਲਗੀਆਂ ਵਾਲੇ ਪਾਤਸ਼ਾਹ ਪੁੱਛਦੇ ਹਨ ਨਾ ਭਾਈ ਨੰਦ ਲਾਲ ਜੀ ਨੂੰ, ਭਾਈ ਨੰਦ ਲਾਲ ਜੀ, ਅਸਮਾਨ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ?
ਉਹ ਕਹਿੰਦੇ ਪਾਤਸ਼ਾਹ ਮੇਰੇ ਹੌਕੇ ਨਿਕਲ ਕੇ ਹੌਕਿਆਂ ਦੇ ਨਾਲ ਹੀ ਇਹ ਕਾਲਾ ਹੋ ਗਿਆ ਹੈ। ਇਹ ਵਿਛੋੜੇ ਦੀ ਗੱਲ ਹੈ। ਇਸੇ ਕਰਕੇ ਭਗਤਾਂ ਨੇ ਆਖਿਆ ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਪਾਗਲਾਂ ਵਾਲੀ ਹਾਲਤ ਬਣ ਜਾਂਦੀ ਹੈ। ਇਸ ਤਰ੍ਹਾਂ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਕਿਹੜੇ ਕਾਰਨ ਕਰਕੇ ਤੁਸੀਂ ਅਬੋਲ ਹੋ, ਮੇਰੇ ਨਾਲ ਬੋਲਦੇ ਨਹੀਂ, ਮੇਰੇ ਨਾਲ ਗੱਲ ਤੱਕ ਨਹੀਂ ਕਰਦੇ ਹੋ, ਕੀ ਸਬਬ ਹੈ? ਇਸ ਤਰ੍ਹਾਂ ਭਗਤ ਜੀ ਬੇਨਤੀ ਕਰਦੇ ਹਨ। ਰਹਾਉ ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ। ਬਹੁਤ ਜਨਮ ਬਿਛੁਰੇ ਤੇ ਮਾਦੋ, ਇਹੋ ਜਨਮ ਤੁਮਾਰੇ ਲੇਖੇ। ਬਹੁਤ ਜਨਮ ਹੋ ਗਏ ਹਨ ਤੁਹਾਡੇ ਨਾਲੋਂ ਸਾਡਾ ਵਿਛੋੜਾ ਹੋਇਆ। ਕਿਉਂਕਿ ਅਧਿਆਤਮਿਕ ਵਿਦਵਾਨ ਇਹ ਮੰਨਦੇ ਹਨ ਵੀ ਪਹਿਲਾਂ ਪਰਮਾਤਮਾ ਅਤੇ ਜੀਵ ਇਕੱਠੇ ਹੀ ਸਨ। ਬੜਾ ਸੁੱਖ ਸੀ। ਪਿਤਾ ਦੀ ਗੋਦੀ ਦੇ ਵਿੱਚ ਕਿੰਨਾ ਸੁੱਖ ਹੁੰਦਾ ਹੈ। ਮੇਲਾ ਵੇਖਣ ਦਾ ਮਜ਼ਾ ਤਾਂ ਪਿਓ ਦੀ ਉਂਗਲ ਪਕੜ ਕੇ ਹੀ ਆਉਂਦਾ ਹੈ ਨਾ। ਵੈਸੇ ਕਾਹਦਾ ਮੇਲਾ ਜੇ ਵਿਛੋੜਾ ਹੀ ਹੋ ਜਾਵੇ, ਫਿਰ ਤਾਂ ਉਹਨੇ ਰੋਂਦੇ ਹੀ ਫਿਰਨਾ ਹੈ ਨਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਭਾਉ ਦੂਜਾ ਲਾਇਆ। ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਬਹੁਤ ਜਨਮ ਹੋ ਗਏ ਹਨ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ। ਕਈ ਜੂਨੀਆਂ ਦੇ ਵਿੱਚ ਪਰਬਤ ਬਣ ਗਏ, ਕਈ ਜਨਮ ਸਾਖ ਕਰ ਉਪਾਇਆ। 184 ਜੋਨ ਭਰਮਾਇਆ। ਕਈ ਜਨਮ ਰੁੱਖਾਂ ਦੇ ਸਾਨੂੰ ਮਿਲੇ ਹਨ, ਕਈ ਮਨੁੱਖਾਂ ਦੇ ਵੀ ਮਿਲੇ ਹਨ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੂਏ। ਆਗੇ ਪਾਛੈ ਗਣਤ ਨ ਆਵੈ, ਕਿਆ ਜਾਤੀ ਕਿਆ ਹੁਣ ਹੂਏ। ਕਈ ਵਾਰੀ ਕਈਆਂ ਦੇ ਬਾਪ ਬਣੇ, ਕਈ ਵਾਰੀ ਕਈਆਂ ਦੇ ਪੁੱਤਰ ਧੀਆਂ ਬਣੇ। ਇਸ ਤਰ੍ਹਾਂ ਲੇਖਾ ਜੋਖਾ ਚੱਲਦਾ ਰਿਹਾ, ਲੈਣਾ ਦੇਣਾ ਚੱਲਦਾ ਰਿਹਾ। ਕਿਸੇ ਕੋਲੋਂ ਕੁਝ ਲੈਣਾ ਹੁੰਦਾ ਹੈ ਤਾਂ ਕਿਸੇ ਨੇ ਕਿਸੇ ਦਾ ਕੁਝ ਦੇਣਾ ਹੁੰਦਾ ਹੈ। ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਕਈ ਵਾਰੀ ਕਈਆਂ ਦੇ ਚੇਲੇ ਬਣਦੇ ਰਹੇ, ਕਈਆਂ ਦੇ ਕਈ ਵਾਰੀ ਅਸੀਂ ਮੁਰਸ਼ਿਦ ਬਣਦੇ ਰਹੇ, ਆਪਣੀ ਮੁਰਸ਼ਿਦੀ ਨੂੰ ਚਮਕਾਇਆ। ਕਹਿੰਦੇ ਬਹੁਤ ਸਾਰੇ ਜਨਮ ਹੋ ਗਏ ਹਨ, ਬਹੁਤ ਜਨਮ ਵਿਛੁਰੇ ਥੇ ਮਾਧੋ। ਹੇ ਮਾਇਆ ਦੇ ਪਤੀ ਵਾਹਿਗੁਰੂ ਪਰਮੇਸ਼ਰ ਜੀ, ਕਈ ਜਨਮ ਹੋ ਗਏ ਹਨ ਤੁਹਾਡੇ ਤੋਂ ਵਿਛੋੜਾ ਹੋਇਆ। ਹੁਣ ਕਿਰਪਾ ਕਰੋ, ਰਹਿਮਤ ਕਰੋ। ਇਸ ਜਨਮ ਦੇ ਵਿੱਚ ਇਹ ਜਿਹੜੀ ਵਾਰੀ ਹੈ ਨਾ, ਉਹ ਖਾਲੀ ਨਾ ਜਾਵੇ। 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ। ਹੁਣ ਪੌੜੀ ਮਿਲੀ ਹੈ, ਇਹ ਜੀਵਨ ਰੂਪ ਤੁਹਾਡੇ ਮਹਿਲ ਤੱਕ ਅਸੀਂ ਪਹੁੰਚ ਜਾਈਏ ਜੀ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ, ਇਸੇ ਆਸ ਦੇ ਵਿੱਚ ਹੀ ਅਸੀਂ ਜੀ ਰਹੇ ਹਾਂ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਤੁਹਾਡਾ ਦੀਦਾਰ ਕੀਤਿਆਂ ਹੋਇਆਂ, ਤੁਹਾਡਾ ਦਰਸ਼ਨ ਕੀਤਾ ਹੋਇਆਂ ਬਹੁਤ ਚਿਰ ਹੋ ਗਿਆ ਹੈ, ਬਹੁਤ ਦੇਰੀ ਹੋ ਗਈ ਹੈ। ਲੱਖਾਂ ਅਰਬਾਂ ਖਰਬਾਂ ਸਾਲ ਹੋ ਗਏ ਹਨ। ਇਸ ਕਰਕੇ ਹੁਣ ਕਿਰਪਾ ਕਰੋ। ਮਨੁੱਖਾ ਦੇਹੀ ਦਿੱਤੀ ਹੈ, ਥੋੜ੍ਹੀ ਬਹੁਤ ਸਮਝ ਦਿੱਤੀ ਹੈ
ਕਿਉਂਕਿ ਕਈ ਵਾਰੀ ਐਸੇ ਵੀ ਮਨੁੱਖਾ ਜਨਮ ਮਿਲਦੇ ਹਨ, ਬੰਦਾ ਬਿਲਕੁਲ ਅਚੇਤ ਹੁੰਦਾ ਹੈ, ਬਿਲਕੁਲ ਜੜ ਹੁੰਦਾ ਹੈ, ਰੱਤਾ ਭਰ ਵੀ ਸਮਝ ਨਹੀਂ ਹੁੰਦੀ ਹੈ। ਕਈ ਜਿਹਦੇ ਥੋੜ੍ਹੀ ਬਹੁਤ ਸਮਝ ਦਿੱਤੀ ਹੈ, ਸੰਗਤ ਵਿੱਚ ਲਿਆਂਦਾ ਹੈ, ਹੁਣ ਕਿਰਪਾ ਕਰੋ, ਰਹਿਮਤ ਕਰੋ, ਆਪਣਾ ਦੀਦਾਰ ਬਖਸ਼ੋ, ਮੇਰੇ ਨਾਲ ਗੱਲਬਾਤ ਕਰੋ। ਇਸ ਤਰ੍ਹਾਂ ਭਗਤ ਜੀ ਨੇ ਇਹ ਸਾਨੂੰ ਸਿੱਖਿਆ ਦਿੱਤੀ ਹੈ ਵੀ ਇਸ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਧੀਨਗੀ ਦੇ ਨਾਲ ਸਮਰਪਿਤ ਹੋ ਕੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ, ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।